पांच तत् को तन रच्यो, जान हो चतुर सुजान। जिह ते उपजयो नानका, लीन ताहे मैं मान। वाहिगुरु जी का खालसा, वाहिगुरु जी की फतेह। गुरु सवारी गुरु रूप साध संगत जियो, आप जी वडभागे हो। सतगुरु श्री गुरु तेग बहादुर जी महाराज सच्चे पातशाह जी दे 400 साला आगमन पुरब नूं समर्पित सतगुरां दी पावन बाणी दी विचार जो सिंह सहबान ਅਤੇ ਵਿਦਵਾਨਾਂ ਪਾਸੋਂ ਆਪ ਜੀ ਰੋਜ਼ਾਨਾ ਹੀ ਸਰਵਨ ਕਰਦੇ ਹੋ। ਆਪ ਜੀ ਨੇ ਕੱਲ 10ਵੇਂ ਸ਼ਲੋਕ ਦੀ ਵਿਚਾਰ ਜਿਹੜੀ ਹੈ ਉਹ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਲੋਕਾਂ ਦੇ ਵਿੱਚੋਂ ਸਰਵਨ ਕੀਤੀ ਹੈ। ਅੱਜ 11ਵੇਂ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 1427 ਤੇ ਸੁਭਾਇਮਾਨ ਹੈ। ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਪਾਵਨ ਸ਼ਲੋਕ ਦੇ ਰਾਹੀਂ ਜੋ ਜੀਵਨ ਜੁਗਤ ਆਤਮਿਕ ਗਿਆਨ ਸਾਨੂੰ ਸੰਸਾਰੀ ਜੀਵਾਂ ਨੂੰ ਕਰਾਉਂਦੇ ਹਨ, ਆਓ ਤਿਸ ਨੂੰ ਆਪਾਂ ਇਸ ਸ਼ਲੋਕ ਦੀ ਵਿਚਾਰ ਰਾਹੀਂ ਸਰਵਨ ਕਰਕੇ ਆਪਣੇ ਜੀਵਨ ਦੇ ਅੰਦਰ ਧਾਰਨ ਕਰਨ ਦਾ ਯਤਨ ਕਰੀਏ। ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਪਾਂਚ ਤਤ ਕੋ ਤਨ ਰਚਿਓ, ਜਾਨਹੁ ਚਤੁਰ ਸੁਜਾਨ। ਹੇ ਚਤੁਰ ਮਨੁੱਖ, ਹੇ ਸਿਆਣੇ ਮਨੁੱਖ, ਤੇਰੇ ਸਰੀਰ ਦੀ ਬਣਤਰ ਵਾਹਿਗੁਰੂ ਪਰਮਾਤਮਾ ਨੇ 5 ਤੱਤਾਂ ਦੇ ਨਾਲ ਬਣਾਈ ਹੈ। 5 ਤੱਤ ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ ਤੇ ਸਤਿਗੁਰਾਂ ਨੇ ਇਹਨਾਂ ਦਾ ਜ਼ਿਕਰ ਬਾਰ-ਬਾਰ ਪਾਵਨ ਬਾਣੀ ਦੇ ਅੰਦਰ ਕੀਤਾ ਹੈ। ਜਿਵੇਂ ਸਤਿਗੁਰਾਂ ਦੇ ਬਚਨ ਹਨ, ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। 5 ਤੱਤਾਂ ਦੇ ਨਾਲ ਵਾਹਿਗੁਰੂ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ। ਇਹ 5 ਤੱਤ ਕਿਹੜੇ ਹਨ? ਕਲਗੀਧਰ ਮਹਾਰਾਜ ਨੇ ਵੀ ਇਹਨਾਂ ਦਾ ਜ਼ਿਕਰ ਆਪਣੀ ਪਾਵਨ ਰਚਨਾ ਦੇ ਅੰਦਰ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਇਹਨਾਂ 5 ਤੱਤਾਂ ਦਾ ਜ਼ਿਕਰ ਆਪਣੀ ਪਾਵਨ ਬਾਣੀ ਦੇ ਅੰਦਰ ਕੀਤਾ ਹੈ। ਕਬੀਰ ਸਾਹਿਬ ਜੀ ਵੀ ਆਪਣੀ ਬਾਣੀ ਦੇ ਅੰਦਰ ਇਹਨਾਂ 5 ਤੱਤਾਂ ਦਾ ਜ਼ਿਕਰ ਕਰਦੇ ਨੇ। 5 ਤੱਤ ਕਿਹੜੇ ਹਨ? ਸਤਿਗੁਰੂ ਜੀ ਪਾਵਨ ਬਾਣੀ ਦੇ ਅੰਦਰ ਵੀ ਦੱਸਦੇ ਨੇ। ਪਹਿਲਾ ਹੈ ਸਾਧ ਸੰਗਤ ਪਾਣੀ, ਫਿਰ ਹੈ ਹਵਾ,
ਫਿਰ ਹੈ ਅੱਗ, ਫਿਰ ਹੈ ਧਰਤੀ ਪ੍ਰਿਥਵੀ ਜਿਹਨੂੰ ਆਪਾਂ ਕਹਿੰਦੇ ਹਾਂ, ਮਿੱਟੀ ਵੀ ਕਹਿ ਲਵੋ, ਤੇ ਫਿਰ ਹੈ ਆਕਾਸ਼। ਭਗਤ ਕਬੀਰ ਸਾਹਿਬ ਜੀ ਨੇ ਬੜਾ ਸੁੰਦਰ ਕੀਤਾ ਹੈ ਕਥਨ, ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੂੰ ਹਰ ਪਾਸਾ। ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਆਪ ਤੋਂ ਭਾਵ ਹੈ ਪਾਣੀ, ਤੇਜ ਤੋਂ ਭਾਵ ਅਗਨੀ, ਬਾਏ ਤੋਂ ਭਾਵ ਹਵਾ, ਪ੍ਰਿਥਵੀ ਤੇ ਆਕਾਸ਼, ਇਹਨਾਂ ਦੀ ਰਹਿਤ ਜਿਹੜੀ ਹੈ, ਇਹਨਾਂ ਦੇ ਜਿਹੜੇ ਗੁਣ ਹਨ, ਉਹਨਾਂ ਨੂੰ ਮੈਂ ਜੀਵਨ ਦੇ ਅੰਦਰ ਧਾਰਨ ਕਰਕੇ ਆਪਣੇ ਜੀਵਨ ਦੇ ਅੰਦਰ ਵਿਚਰਦਾ ਹਾਂ। ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੂੰ ਹਰ ਪਾਸਾ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ, ਪੰਜ ਤੱਤਾਂ ਦੇ ਨਾਲ ਵਾਹਿਗੁਰੂ ਪਰਮਾਤਮਾ ਜੀ ਤੋਂ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ। ਪਰ ਇਹ ਗੱਲ ਕਿ ਹਰ ਇੱਕ ਬੰਦੇ ਨੂੰ ਸਮਝ ਵਿੱਚ ਆ ਜਾਂਦੀ ਹੈ ਨਹੀਂ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਪੰਜਾਂ ਤੱਤਾਂ ਦੇ ਨਾਲ ਤੋਂ ਸਾਰੀ ਸ੍ਰਿਸ਼ਟੀ ਨੂੰ ਵਾਹਿਗੁਰੂ ਜੀ ਬਣਾਇਆ ਹੈ। ਹਾਂ, ਜੇ ਕੋਈ ਬੰਦਾ ਆਪਣੀ ਹੋਂਦ ਕਾਇਮ ਕਰਕੇ ਤੇਰੇ ਮੁਕਾਬਲੇ ਦੇ ਵਿੱਚ ਆਂਦਾ ਹੈ ਤੇ ਫਿਰ ਉਹ ਛੇਵਾਂ ਤੱਤ ਬਣਾ ਕੇ ਵਿਖਾਏ। ਪਰ ਨਾਲ ਹੀ ਮਹਾਰਾਜ ਕਿਰਪਾ ਕਰਦੇ ਨੇ, ਇਕਨਾਂ ਨੂੰ ਤੂੰ ਸਤਿਗੁਰ ਮੇਲ ਬੁਝਾਵੇਂ, ਇੱਕ ਮਨਮੁਖ ਕਰੈ ਸੇ ਰੋਵੇਂ। ਜਿਨ੍ਹਾਂ ਨੂੰ ਤੂੰ ਸਤਿਗੁਰੂ ਨਾਲ ਮਿਲਾ ਦੇਣਾ, ਉਹਨਾਂ ਨੂੰ ਇਹ ਗੱਲ ਸਮਝ ਵਿੱਚ ਆਂਦੀ ਹੈ। ਜਿਹੜੇ ਆਪਣੇ ਮਨ ਦੇ ਮੁਰੀਦ ਹਨ, ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਹਨ, ਉਹਨਾਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆਂਦੀ। ਪੰਚ ਤਤ ਮਿਲ ਕਾਇਆ ਕੀਨੀ, ਤਤ ਕਹਾਂ ਤੇ ਕੀਨ ਰੇ। ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ, ਪੰਜਾਂ ਤੱਤਾਂ ਦੇ ਨਾਲ ਇਹ ਸਰੀਰ ਬਣਿਆ ਹੈ। ਪਰ ਇਹ ਦੱਸੋ, ਜਿਹੜੇ ਪੰਜ ਤੱਤ ਨੇ ਉਹ ਕਿੰਨੇ ਬਣਾਏ ਹਨ, ਉਹ ਕਿੱਥੋਂ ਆਏ ਹਨ? ਸਵਾਲ ਇਹ ਖੜਾ ਹੁੰਦਾ ਹੈ, ਜਿਹੜੇ ਪੰਜ ਤੱਤ ਇਸ ਸਰੀਰ ਨੂੰ ਬਣਾਉਣ ਵਾਲੇ ਨੇ, ਕਾਇਆ ਨੂੰ ਹੋਂਦ ਵਿੱਚ ਲਿਆਉਣ ਵਾਲੇ ਨੇ, ਜਿਹੜੇ ਮਿਲ ਕੇ ਇਸ ਸਰੀਰ ਦੀ ਭਾਵ ਹੋਂਦ ਬਣਾ ਰਹੇ ਨੇ, ਉਹਨਾਂ ਨੂੰ ਆਪਾਂ ਪੁੱਛੀਏ ਵੀ ਕਿੱਥੋਂ ਆਏ ਨੇ, ਜਾਂ ਕੋਈ ਸਵਾਲ ਕਰੇ ਉਹ ਤੱਤ ਕਿੱਥੋਂ ਆਏ ਨੇ। ਭਗਤ ਜੀ ਦੱਸਦੇ ਹਨ, ਪੰਚ ਤਤ ਮਿਲ ਕਾਇਆ ਕੀਨੀ, ਤਤ ਕਹਾਂ ਤੇ ਕੀਨ ਰੇ। ਪੰਜਾਂ ਤੱਤਾਂ ਦੇ ਨਾਲ ਇਹ ਸਰੀਰ ਬਣਿਆ ਹੈ, ਪਰ ਇਹ ਦੱਸੋ ਕਿ ਇਹ ਪੰਜ ਤੱਤ ਕਿੱਥੋਂ ਆਏ ਨੇ। ਧਿਆਨ ਦੇਵਿਓ, ਇਹ ਪੰਜ ਤੱਤਾਂ ਨੂੰ ਬਣਾਉਣ ਵਾਲਾ ਵੀ ਉਹ ਵਾਹਿਗੁਰੂ ਪਰਮਾਤਮਾ ਆਪ ਹੈ। ਵਾਹਿਗੁਰੂ ਪਰਮਾਤਮਾ ਨੇ ਆਪ ਹੀ ਪੰਜ ਤੱਤ ਬਣਾਏ ਹਨ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਬਿਲਕੁਲ ਇਹੋ ਹੀ ਅੱਖਰ ਕਬੀਰ ਸਾਹਿਬ ਜੀ ਬਾਰੇ ਵਰਤਦੇ ਨੇ। ਪਰ ਅਖੀਰ ਵਿੱਚ ਉਹ ਪੰਕਤੀਆਂ ਨੂੰ ਥੋੜਾ ਬਦਲ ਕੇ ਸਾਨੂੰ ਇਹ ਗੱਲ ਸਮਝਾਉਂਦੇ ਨੇ, ਪੰਚ ਤਤ ਮਿਲ ਕਾਇਆ ਕੀਨੀ, ਪੰਚ ਤਤ ਮਿਲ ਕਾਇਆ ਕੀਨੀ, ਤਿਸ ਮੈਂ ਅੰਮ੍ਰਿਤ ਅੰਮ੍ਰਿਤ ਰਤਨ ਹਰ ਦੀਨੀ। ਆਤਮ ਰਾਮ, ਰਾਮ ਹੈ ਆਤਮ, ਆਤਮ ਰਾਮ, ਰਾਮ ਹੈ ਆਤਮ, ਹਰ ਪਾਈਐ ਸ਼ਬਦ ਵਿਚਾਰਾ ਹੈ। ਬਸ ਇਹ ਗੱਲ ਸਮਝ ਵਿੱਚ ਆ ਜਾਵੇ ਕਿ ਜਿਹੜੀ ਆਤਮਾ ਹੈ ਉਹ ਪਰਮਾਤਮਾ ਦਾ ਰੂਪ ਹੈ ਤੇ ਪਰਮਾਤਮਾ ਆਤਮਾ ਦਾ ਰੂਪ ਹੈ, ਭਾਵ ਇਹਨਾਂ ਵਿੱਚ ਕੋਈ ਅੰਤਰ ਨਹੀਂ। ਤੇ ਫਿਰ ਗੱਲ ਇਹ ਸਮਝ ਵਿੱਚ ਆਵੇਗੀ। ਪਰ ਇਹ ਪਤਾ ਕਿਵੇਂ ਲੱਗੇ ਕਿ ਆਤਮਾ ਰਾਮ ਹੈ ਤੇ ਰਾਮ ਆਤਮਾ ਹੈ, ਭਾਵ ਆਤਮਾ ਤੇ ਪਰਮਾਤਮਾ ਇੱਕ ਹਨ। ਇਹ ਉਦੋਂ ਸਮਝ ਆਵੇਗੀ ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਾਂਗੇ, ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ। ਫਿਰ ਇਹ ਗੱਲ ਸਮਝ ਵਿੱਚ ਆਵੇਗੀ ਕਿ ਵਾਹਿਗੁਰੂ ਪਰਮਾਤਮਾ ਨੇ ਜਿਹੜਾ ਇਹ ਸਰੀਰ ਬਣਾਇਆ ਹੈ, ਇਹ ਪੰਜਾਂ ਤੱਤਾਂ ਦੇ ਨਾਲ ਬਣਾਇਆ ਹੈ। ਪਰ ਨਾਲ ਹੀ ਮਹਾਰਾਜ ਇਹ ਵੀ ਗੱਲ ਸਾਨੂੰ ਸਮਝਾ ਰਹੇ ਨੇ, ਚੇਤੇ ਰੱਖ
हे चतुर ते सियाने मनुख, जिस वाहिगुरू परमात्मा ने तेरा शरीर पंजा तत्तां दे मेल नाल बनाया है, अखीर जदों ये शरीर बिनसना है ते पंज तत्त जिहड़े हन ਉਹ ਪੰਜਾਂ ਤੱਤਾਂ ਦੇ ਵਿੱਚ ਹੀ ਮਿਲ ਜਾ ਰਹੇ ਨੇ। ਭਾਵ ਤੱਤ ਵਿੱਚ ਲੀਨ ਹੋ ਜਾਵੇਗਾ, ਕਿਉਂਕਿ ਅਗਲੀ ਪੰਕਤੀ ਦੇ ਅੰਦਰ ਇਹ ਗੱਲ ਸਮਝਾਈ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਜਿਨ੍ਹਾਂ ਤੱਤਾਂ ਨੂੰ ਵਾਹਿਗੁਰੂ ਪਰਮਾਤਮਾ ਨੇ ਪੈਦਾ ਕੀਤਾ, ਅਖੀਰ ਧਿਆਨ ਦੇਵਿਓ, ਤੱਤਾਂ ਦੇ ਵਿੱਚ ਹੀ ਮਿਲ ਗਏ, ਤੱਤਾਂ ਦੇ ਵਿੱਚ ਹੀ ਲੀਨ ਹੋ ਗਏ। ਇਹ ਗੱਲ ਮਹਾਰਾਜ ਆਖਦੇ ਨੇ, ਚੰਗੀ ਤਰ੍ਹਾਂ ਆਪਣੇ ਮਨ ਦੇ ਵਿੱਚ ਪੱਕੀ ਕਰ ਲੈ, ਸਮਝ ਲੈ। ਜਦੋਂ ਇਹ ਗੱਲ ਸਮਝ ਵਿੱਚ ਆ ਜਾਵੇਗੀ, ਫਿਰ ਬੰਦਾ ਕੇਵਲ ਤਨ ਨਾਲ ਨਹੀਂ ਜੁੜੇਗਾ, ਬਲਕਿ ਸਾਧ ਸੰਗਤ ਜਿਨਨੇ ਇਹ ਤਨ ਦਿੱਤਾ ਹੈ ਉਸ ਨਾਲ ਜੁੜਨ ਦਾ ਯਤਨ ਆਪਣੇ ਜੀਵਨ ਦੇ ਅੰਦਰ ਕਰੇਗਾ। ਕਿਉਂਕਿ ਭਗਤ ਜਨਾਂ ਨੇ ਸਰੀਰ ਤੋਂ ਉੱਚੇ ਉੱਠ ਕੇ ਸਾਨੂੰ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ। ਕਿਉਂਕਿ ਬਚਨ ਹਨ ਆਪਾਂ ਪੜ੍ਹਦੇ ਹਾਂ ਕਬੀਰ ਸਾਹਿਬ ਜੀ ਦੇ, ਉਪਜੈ ਨਿਪ ਸਮਾਈ, ਨੈਣ ਦੇਖਤ ਇਹ ਜਗ ਜਾਈ, ਲਾਜ ਨ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ, ਅਨਕ ਜਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ, ਚੋਵਾ ਚੰਦਨ ਮਰਦਨ ਅੰਗਾ, ਇਹ ਤਨ ਜਲੈ ਕਾਠ ਕੈ ਸੰਗਾ, ਕਹਿਤ ਕਬੀਰ ਸੁਨ ਰੇ ਗਨੀਆਂ, ਬਿਨ ਸੇ ਗੁਰੂਪ ਦੇਖੈ ਸਭ ਦੁਨੀਆ। ਕਿਉਂਕਿ ਭਗਤ ਕਬੀਰ ਸਾਹਿਬ ਜੀ ਦਾ ਇਹ ਬਚਨ ਹੈ, ਜਿਸ ਸਰੀਰ ਨੂੰ ਸਾਰੀ ਜ਼ਿੰਦਗੀ ਤੋਂ ਕੇਵਲ ਤੇ ਕੇਵਲ ਸਵਾਰਨ ਦੇ ਵਿੱਚ ਲਾ ਦੇਣਾ ਹੈ, ਤੇ ਜਿਸ ਵਾਹਿਗੁਰੂ ਪਰਮਾਤਮਾ ਨੇ ਇਹ ਸਰੀਰ ਦਿੱਤਾ ਹੈ ਉਸ ਨਾਲ ਤੋਂ ਜੁੜਨ ਦਾ ਯਤਨ ਨਹੀਂ ਕਰਦਾ, ਚੇਤੇ ਰੱਖੀ ਤੇਰਾ ਜੀਵਨ ਅਜਾਈ ਹੀ ਚਲਾ ਜਾਵੇਗਾ। ਕਿਉਂਕਿ ਜੈ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸੁਵਾਰੈ ਕਾਗ, ਇਸ ਤਨ ਧਨ ਕਾ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦਰੜਈਆ, ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋਏਂਗੇ ਤੇਰੇ। ਕਲਗੀਧਰ ਮਹਾਰਾਜ ਨੇ ਬੜਾ ਸੁੰਦਰ ਸਾਡੀ ਜ਼ਿੰਦਗੀ ਦੇ ਵਿੱਚੋਂ ਉਦਾਹਰਨਾਂ ਦੇ ਕੇ ਸਾਨੂੰ ਇਹ ਗੱਲ ਸਮਝਾਈ, ਜੈ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਇਸ ਗੱਲ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਉਦਾਹਰਨਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ। ਉਹ ਆਖਦੇ ਹਨ ਸਤਿਗੁਰੂ ਮਹਾਰਾਜ, ਅਕਾਲ ਉਸਤਤ ਦੇ ਅੰਦਰ ਇੱਕ ਕਵਿਤ ਉਹਨਾਂ ਨੇ ਉਚਾਰਨ ਕੀਤਾ, ਤੇ ਉਸ ਵਿੱਚ ਉਹਨਾਂ ਨੇ 3 ਉਦਾਹਰਨਾਂ ਸਾਡੇ ਜੀਵਨ ਦੇ ਵਿੱਚੋਂ ਦੇ ਕੇ ਤਤਸਾਰ ਜਿਹੜਾ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਪਹਿਲੀ ਉਦਾਹਰਨ ਹੈ, ਕਹਿੰਦੇ ਨੇ ਆਪਾਂ ਵੇਖਦੇ ਹਾਂ ਅੱਗ ਬਲਦੀ ਹੈ, ਤੇ ਅੱਗ ਦੇ ਵਿੱਚੋਂ ਬਹੁਤ ਸਾਰੇ ਚੰਗਿਆੜੇ ਜਿਹੜੇ ਨੇ ਨਾ ਉਹ ਉੱਠਦੇ ਹਨ, ਪਰ ਚੰਗਿਆੜੇ ਥੋੜ੍ਹੀ ਦੇਰ ਵਾਸਤੇ ਵੇਖੋ ਉਸ ਅੱਗ ਨਾਲੋਂ ਵੱਖਰੇ ਹੋ ਜਾਂਦੇ ਨੇ। ਤੇ ਸਾਨੂੰ ਇਉਂ ਲੱਗਦਾ ਹੈ ਕਿ ਜਿਵੇਂ ਚੰਗਿਆੜੀਆਂ ਦੀ ਜਾਂ ਭੰਬੂਕਿਆਂ ਦੀ ਹੋਂਦ ਵੱਖਰੀ ਹੈ ਤੇ ਅੱਗ ਦੀ ਹੋਂਦ ਵੱਖਰੀ ਹੈ, ਪਰ ਨਹੀਂ, ਵਾਸਤਵ ਵਿੱਚ ਅੱਗ ਤੇ ਚੰਗਿਆੜੀਆਂ ਦਾ ਕੋਈ ਆਪਸ ਵਿੱਚ ਭੇਦ ਨਹੀਂ। ਫਿਰ ਚੰਗਿਆੜੀਆਂ ਅੱਗ ਵਿੱਚ ਹੀ ਆ ਕੇ ਮਿਲ ਜਾਂਦੀਆਂ ਹਨ। ਇਸੇ ਤਰ੍ਹਾਂ ਦੂਜੀ ਉਦਾਹਰਨ ਦਿੱਤੀ ਕਿ ਜਿਵੇਂ ਧੂੜ ਹੈ, ਮਿੱਟੀ ਹੈ, ਮਿੱਟੀ ਦੇ ਵਿੱਚੋਂ ਮਿੱਟੀ ਦੇ ਕਨੂਕੇ ਉੱਡਦੇ ਨੇ, ਪਰ ਥੋੜ੍ਹੀ ਦੇਰ ਵਾਸਤੇ ਸਾਨੂੰ ਇਉਂ ਲੱਗਦਾ ਹੈ ਕਿ ਉਹ ਮਿੱਟੀ ਨਾਲੋਂ ਵੱਖਰੇ ਹਨ, ਪਰ ਵਾਸਤਵ ਵਿੱਚ ਮਿੱਟੀ ਤੇ ਕਨੂਕੇ ਜਿਹੜੇ ਨੇ ਉਹ ਮਿੱਟੀ ਨਾਲੋਂ ਵੱਖਰੇ ਨਹੀਂ। ਤੀਜੀ ਉਦਾਹਰਨ ਦਿੱਤੀ ਕਿ ਜਿਵੇਂ ਇੱਕ ਨਦੀ ਦੇ ਵਿੱਚੋਂ ਬਹੁਤ ਸਾਰੀਆਂ ਤਰੰਗਾਂ ਪਾਣੀ ਦੀਆਂ ਉੱਠਦੀਆਂ ਹਨ, ਪਰ ਕਹਿੰਦੇ ਨੇ ਸਾਨੂੰ ਇਉਂ ਲੱਗਦਾ ਹੈ ਕਿ ਜਿਵੇਂ ਪਾਣੀ ਤੇ ਤਰੰਗਾਂ ਆਪਸ ਵਿੱਚ ਵੱਖਰੀਆਂ ਹਨ, ਪਰ ਨਹੀਂ, ਪਾਣੀ ਤੇ ਤਰੰਗਾਂ ਇੱਕ ਰੂਪ ਹੀ ਹਨ। ਤੇ ਫਿਰ ਅਖੀਰ ਵਿੱਚ ਜਾ ਕੇ ਸਮਝਾਇਆ, ਵਾਹਿਗੁਰੂ ਪਰਮਾਤਮਾ ਤੋਂ ਚੇਤਨ ਸਤਾ ਤੇ ਅਚੇਤ ਜਿਹੜੇ ਹਨ ਇਹ ਜੀਵ ਪੈਦਾ ਹੋਏ ਹਨ, ਪਰ ਸਾਰੇ ਹੀ ਪੈਦਾ ਹੋ ਕੇ ਅਖੀਰ ਵਿੱਚ ਉਸ ਵਾਹਿਗੁਰੂ ਪਰਮਾਤਮਾ ਦੇ ਵਿੱਚ ਹੀ ਮਿਲ ਜਾਂਦੇ ਹਨ। ਪਾਤਸ਼ਾਹ ਜੀ ਦਾ ਬਚਨ ਹੈ, ਜੈਸੇ ਏਕ ਆਗ ਤੇ ਕਨੂਕਾ ਕੋਟ आग उठें, न्यारे न्यारे होय के फिर आग में मिलाएंगे। जैसे एक धूर ते अनेक धूर पूरत हैं, धूर के कनूका धूर में समाएंगे। फिर आखदे जन ऐसे एक नद ते तरंग कोट उपजत हैं,
पान के तरंग सबे पान ही कहाएंगे, तैसे विश्व रूप ते अभूत भूत प्रगट होए, ताही ते उपज सब ताही मैं समाहेंगे। इसे तरह एक होर कवित सतगुरु पातशाह ने जोगियां दी गल कीती, जतियां दी गल कीती, ते छत्रधारियां दी गल कीती, राजियां दी गल कीती, ਜਿਹੜੇ अपने जोर नाल दूजियां नूं दबाउण दा यतन करदे हन, पर कहंदे ने अंत विच जदों ये दुनिया नूं छड्ड के जांदे हन ते फिर इस धरती दे अंदर आए ते आखिरकार फिर धरती दे अंदर ही मिट्टी दा रूप हो गए। क्योंकि ज्योति जग जोगी जति ब्रह्मचारी, बड़े बड़े छत्रधारी, छत्र ही की छाया कई कोस लो चलत हैं, बड़े बड़े राजन के दावत फिरत देश, बड़े बड़े राजन के द्रव को डलत हैं, मान से महीप और दलीप कैसे छत्रधारी। फिर अखीर विच जा आखदे हन, बड़ो अपमान पुंज दंड को करत हैं। फिर अखीर विच कृपा कीती, आखिया दुर्योधन से मान धारी, दुर्योधन वर्गे मानधारी लोग भी इस दुनिया के अंदर आए। दारा से दलीसर, दुर्योधन से मानधारी, भोग भोग भूम अंत भूम ही मिलत हैं। पांच तत्व को तन रचियो, जानो चतुर सुजान, जह ते उपजियो नानका, लीन ताहे मैं मान। क्योंकि महाराज किरपा करते हैं, बड़ी सौखी भाषा के अंदर आप पढ़ते हैं सतगुरां दी पावन बाणी नूं। महाराज किरपा करते हैं अपनी पावन बाणी के अंदर, पवने में पवन समाया, माटी में ज्योति में ज्योत रल जाया, माटी माटी होई एक, रोवन हारे की कवन टेक, कौन मुआ रे कौन मुआ, ब्रह्म ज्ञानी कर मिल करत विचारा, ये तो चलत भया। कौन मुआ रे कौन मुआ, ब्रह्म ज्ञानी मिल करो विचारा, ये तो चलत भया। क्योंकि महाराज कृपा करते ने, तत्त अखीर तत्तां विच मिल जाते ने। पर सतगुरु महाराज इस श्लोक दे राही सानू सिक्ख्या ये प्रदान करते पे ने कि जिस वाहिगुरू परमात्मा ने पंज विरोधी तत्तां नूं जोड़ के तेरे शरीर दी बनतर बनाई है, ऐ सियाने पुरख, ऐ चतुर पुरख, चेते रख, तत्त तां अखीर तत्तां विच मिल जाणगे। पर तू झूठा गुमान ना कर, जिस वाहिगुरू परमात्मा ने तेरा ये शरीर बनाया है, उस वाहिगुरू परमात्मा नूं चेते कर। क्योंकि आपां बचन पढ़दे हन, इस पानी ते जिन तू करिया, माटी का लै द्योहरा करिया, उकत जोत लै सुरत परीखिया, मात गर्म में जिन तू राखिया, राखन हार समारजन, सगले छोड़ विचार मन। क्योंकि आप रोज गुरु अर्जन देव जी महाराज की पावन पवित्र बाणी के अंदर ये बचन पढ़ते हाँ। सतगुरु महाराज किरपा करते ने अपनी पावन बाणी के अंदर, निर्गुण यार ईआनिया, सो प्रभ सदा संभाल, जिन किया तिस चीत रख, नानक निभही नाल, रमैया के गुण चेत परानी, कवन मूल ते कवन दृष्टानी, जिन तू साज सुवार श्रृंगारिया, गर्भ अगन में जिन्हें उबारिया, बार व्यवस्था तुझे प्यारे दूध, पर जोबन भोजन सुख सूद, बिरद भया ऊपर साख सैन, मुख या प्याओ बैठ को दैन, ए निर्गुण गुण कशु न बूझै, बख्श ले हो तो नानक सूझै। ध्यान देवियो, सतगुरु महाराज साडी बालपन तो जदों असी जन्म लैने आ, उदों तो अवस्था आरंभ करते ने ते आखदे ने, वेख जदों तेरे दंद भी नहीं सी, तेरे खान का प्रबंध किया, फिर तेरी सारी संभाल हर वेले वाहिगुरू परमात्मा करदा। इत्थों तक आ रिश्तेदार संबंधी जिहड़े तैनूं दिते हन, ये भी बुढ़ेपे दे अंदर तेरे सिर दे उत्ते खड़े होए ने। जदों तू अपने आप कुछ नहीं कर सकदा, फिर भी तेरे मूँह दे विच ये बुरकियां पांदे हन। ते महाराज आखदे ने, अगियानी बंदा ये गल नहीं समझदा, जिन्हां उत्ते वाहिगुरू कृपा करदा है उन्हां नूं ये गल समझ विच आंदी है। जिन्हां दे उत्ते वाहिगुरू बख्शिश करदा है, ते आपां वाहिगुरू दे चरनां विच केवल ते केवल ये अरदास करनी है। क्योंकि सतगुरु गुरु तेग बहादुर जी महाराज जिन्हां दे श्लोकां दी आपां विचार कर रहे हैं, सतगुरु महाराज दे जीवन नूं जदों आपां पढ़ीए ते सत संगत अंत वेला आया, ते जदों सतगुरु महाराज नूं
ਉਹਨਾਂ ਨੇ ਸ਼ਹੀਦ ਕਰਨਾ ਹੈ ਤੇ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਲੋਕਾਂ ਨੇ ਆਪਣੀ ਜਾਨ ਪਹਿਚਾਨ ਕਰਾਈ। ਸਭ ਤੋਂ ਪਹਿਲਾਂ ਕਹਿੰਦੇ ਨੇ ਕਾਜੀ ਸਾਹਮਣੇ ਆ ਗਿਆ, ਫਿਰ ਦਰੋਗਾ ਸਾਹਮਣੇ ਆ ਗਿਆ ਤੇ ਫਿਰ ਨਾਲ ਜਲਾਦ ਸਾਹਮਣੇ ਆ ਗਿਆ। ਇਹਨਾਂ ਤਿੰਨਾਂ ਨੇ ਆਪਣੀ ਜਾਨ ਪਹਿਚਾਨ ਕਰਾਈ। ਕਹਿਣ ਲੱਗੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਸੀਂ ਖਾਨਦਾਨੀ ਆਪਣੇ ਪਰਿਵਾਰਾਂ ਦੇ ਨਾਲ ਸੰਬੰਧਿਤ ਹਾਂ। मैं खानदानी काजी, मैं खानदानी दरोगा, मैं खानदानी जिहड़ा है ना वो जलाद। ते महाराज हस के कहन लगे रब ने मेल बड़ा सुंदर मिलाया है। कहन लगे तुसी खानदानी मैं भी खानदानी, क्योंकि मेरे अजदाद से मुझको मिला है विरसा शहादत का, मेरी औलाद को जागीर है जामे शहादत की। सतगुरु महाराज कहन लगे तुसी भी खानदानी ते मैं भी खानदानी, पर एक गल ध्यान रखियो तुहाडे वल्लों तलवार चलेगी, तुहाडी तलवार मेरा कुछ बिगाड़ नहीं सकेगी, क्योंकि तुहाडी तलवार मेरे तक पहुँच नहीं सकती। क्योंकि गुरु तेग बहादुर जी महाराज कौन हैं, शरीर नहीं। सतगुरु महाराज ते उन्हां दे प्यारे सिख शरीर तो बड़े उच्चे उठ गए ते उन्होंने अकाल पुरख की कृपा के पात्र बन के अपने जीवन के अंदर अकाल पुरख के नाल एकमिक हो गए। जिमें आप बचन पढ़ते हैं ना, गुर कृपा जै जन को कीनी तै ये जुगत पछानी, नानक लीन पयो गोबिंद स्यों ज्यों पानी संग पानी। जेड़े शरीर तो उच्चे उठ जाते ने वो सत संगत शरीर दे मरण नाल, शरीर दे मुकन नाल अपनी मौत नहीं समझते, क्योंकि उन्होंने ये गल समझ विच आ गई मन तो जोत स्वरूप हैं अपना मूल पछान, मन हर जी तेरे नाल है गुरमती रंग मान। आखिया तुहाडी तलवार मेरे तक नहीं पहुँच सकती, क्योंकि सतगुरु शरीर नहीं, सतगुरु उस वाहिगुरु परमात्मा का रूप बन चुके ने। सतगुरु महाराज उस वाहिगुरु परमात्मा की किरपा के पात्र बन चुके ने। ते सानू लोकां नू भी महाराज इस श्लोक दे राही प्रेरणा करते ने प्यारिओ, ये शरीर पंजा तत्तां दा बनिया है, अखीर विच तत्तां विच लीन हो जाणगे। इस शरीर का गुमान ना करो, बल्कि वाहिगुरु परमात्मा जिन्हें ये शरीर दिता है, जिन्हें ये शरीर बनाया है, उस वाहिगुरु परमात्मा दे नाल अपने आप नू जोड़ के अपने जीवन के अंदर विचरो। क्योंकि साध संगत सतगुरु गुरु रामदास पातशाह ने वड़हंस राग दे अंदर इस शरीर नू एक घोड़ी दे नाल तुलना दिती है। क्योंकि घोड़ी नू जे आपां खुराक नहीं देवांगे, घोड़ी नू जे आपां भुखी रखांगे, घोड़ी नू जे आपां साध संगत उस दे मुताबिक खाना नहीं देवांगे ते घोड़ी साडा साथ नहीं देवेगी। बिल्कुल ध्यान देविओ, इस शरीर नू कर्म कांडां दे राही असीं जिहड़ा है दुबला पतला करन दी गल नहीं करनी, मारन दी गल नहीं करनी, बल्कि साध संगत इस शरीर नू प्राप्त करके असीं वाहिगुरू दे चरनां विच ये अरदास करनी है। त्याग ते बैराग दी मूरत, बलिदान दे पुंज, नौवीं पातशाही साहिब श्री गुरु तेग बहादुर जी। तेग बहादुर से मारे गुरु साहब दे प्रकाश की चौथी शताब्दी नूं समर्पित उन्हां वल्लों उच्चारण कीती पावन गुरबाणी दी कथा विचार। उन्हां नाल संबंधित अस्थानां दी महत्ता ते उन्हां दा इतिहास लड़ीवार पेंट कीता जा रहा है। सब थाई होए सहाय। आओ समय दा लाहा लेंदे हुए गुर इतिहास तो जाणू होइए। तेग